ਬਿਲਾਵਲ ਮਹਲਾ ਤੀਜਾ। ਜੀ ਪਾਤਸ਼ਾਹ ਭੱਲੇ ਅਮਰਦਾਸ ਗੁਣ ਤੇਰੇ, ਤੇਰੀ ਉਪਮਾ ਤੂੰ ਹੀ ਬਣ ਆਵੇ। ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬਿਲਾਵਲ ਰਾਗ ਦੇ ਅੰਦਰ ਸ਼ੁਭ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਗੁਰਮੁਖ ਪ੍ਰੀਤ ਜਿਸਨੂੰ ਆਪੇ ਲਾਏ, ਇਸ ਪੁਰਸ਼ ਦੇ ਤਾਈ ਪਰਮੇਸ਼ਰ ਆਪ ਮੁਖੀ ਗੁਰਾਂ ਦੇ ਜਾਂ ਮੁਖੀ ਗੁਰਾਂ ਦੁਆਰਾ ਆਪਣੇ ਨਾਲ ਪ੍ਰੀਤੀ ਲਾਉਂਦਾ ਹੈ। ਤਿਤ ਘਰ ਬਿਲਾਵਲ ਗੁਰ ਸ਼ਬਦ ਸੁਹਾਏ। ਉਸਦੇ ਹਿਰਦੇ ਰੂਪੀ ਘਰ ਵਿੱਚ ਸਦਾ ਹੀ ਬਿਲਾਵਲ ਆਨੰਦ ਬਣਿਆ ਰਹਿੰਦਾ ਹੈ ਅਤੇ ਗੁਰਾਂ ਦੇ ਉਪਦੇਸ਼ ਕਰਕੇ ਆਤਮਿਕ ਜੀਵਨ ਦੇ ਵਿੱਚ ਸ਼ੋਭਨੀਕ ਹੁੰਦਾ ਹੈ। ਮੰਗਲ ਨਾਰੀ ਗਾਵਹਿ ਆਏ, ਸਭ ਸੰਤ ਰੂਪ ਇਸਤਰੀਆਂ ਗੁਰਾਂ ਪਾਸ ਆ ਕੇ ਖੁਸ਼ੀ ਦੇ ਗੀਤ ਗਾਉਂਦੀਆਂ ਹਨ। ਮਿਲ ਪ੍ਰੀਤਮ ਸਦਾ ਸੁਖ ਪਾਏ, ਪਿਆਰੇ ਪ੍ਰੀਤਮ ਪ੍ਰਭੂ ਨਾਲ ਮਿਲ ਕੇ ਹਮੇਸ਼ਾ ਹੀ ਸੁਖ ਪਾਉਂਦੀਆਂ ਨੇ। ਹਾਂ ਤਿਨ ਬਲਹਾਰੈ, ਇਹਨਾਂ ਤੋਂ ਬਲਿਹਾਰ ਕੁਰਬਾਨ ਜਾਂਦਾ ਹੈ। ਜਿਨਾ ਹਰ ਮਨ ਵਸਾਏ, ਇਹਨਾਂ ਨੇ ਹਰੀ ਪਰਮੇਸ਼ਰ ਦੇ ਨਾਮ ਨੂੰ ਸ਼ਰਵਣ ਮੰਨਣ ਤੇ ਨਿਧਿਆਸਨ ਕਰਕੇ ਮਨ ਹਿਰਦੇ ਵਿੱਚ ਵਸਾ ਲਿਆ ਹੈ। ਜਾਂ ਜਿਨ੍ਹਾਂ ਦੇ ਹਿਰਦੇ ਵਿੱਚ ਹਰੀ ਨੇ ਆਪਣਾ ਨਾਮ ਵਸਾ ਦਿੱਤਾ ਹੈ। ਹਰ ਜਨ ਕੋ ਮਿਲਿਆ ਸੁਖ ਪਾਈਐ, ਪਰਮੇਸ਼ਰ ਦੇ ਸੇਵਕਾਂ ਨੂੰ ਮਿਲਣ ਕਰਕੇ ਭਾਵ ਉਹਨਾਂ ਦੀ ਸੰਗਤ ਕਰਕੇ ਆਨੰਦ ਸਰੂਪ ਪ੍ਰਭੂ ਪ੍ਰਾਪਤ ਕਰੀਦਾ ਹੈ। ਹਰ ਗੁਣ ਗਾਵੈ ਸਹਿਜ ਸੁਭਾਏ, ਉਹ ਸੁਭਾਵਕ ਜਾਂ ਸ਼ਾਂਤੀ ਸੁਭਾਅ ਧਾਰ ਕੇ ਆਤਮਿਕ ਅਡੋਲਤਾ ਅਤੇ ਸ੍ਰੇਸ਼ਟ ਪ੍ਰੇਮ ਵਿੱਚ ਅਸਥਿਤ ਹੋ ਕੇ ਪਰਮੇਸ਼ਰ ਦੇ ਗੁਣ ਗਾਉਂਦੇ ਰਹਿੰਦੇ ਹਨ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਸਦਾ ਰੰਗ ਰਾਤੇ ਤੇਰਾ ਚਾਏ, ਪਰਮੇਸ਼ਰ ਉਹ ਜਿਹੜੇ ਗੁਰਮੁਖ ਨੇ ਤੇਰੇ ਚਾਅ ਉਤਸ਼ਾਹ ਕਰਕੇ ਹਮੇਸ਼ਾ ਹੀ ਤੇਰੇ ਪ੍ਰੇਮ ਰੰਗ ਦੇ ਵਿੱਚ ਰੰਗੇ ਰਹਿੰਦੇ ਹਨ। ਇਸੇ ਪ੍ਰਕਾਰ ਸਦਾ ਰੰਗ ਰਾਤੇ ਤੇਰਾ ਚਾਏ, ਸਦਾ ਆਨੰਦ ਵਿੱਚ ਰੰਗੇ ਹੋਏ ਤੇਰੇ ਪ੍ਰੇਮ ਦੇ ਵਿੱਚ ਮਸਤ ਰਹਿੰਦੇ ਹਨ। ਹਰ ਜੀਉ ਆਪ ਵਸੈ ਮਨ ਆਏ, ਪਰਮੇਸ਼ਰ ਜੀ ਤੂੰ ਆਪ ਹੀ ਉਹਨਾਂ ਦੇ ਹਿਰਦੇ ਵਿੱਚ ਆ ਕੇ ਵਸ ਜਾਂਦਾ ਹੈ। ਆਪੇ ਸੋਭਾ ਸਦ ਹੀ ਪਾਏ, ਗੁਰਮੁਖ ਜਨ ਹਮੇਸ਼ਾ ਹੀ ਲੋਕ ਪਰਲੋਕ ਦੇ ਵਿੱਚ ਆਪਣੇ ਸਰੂਪ ਦੀ ਪ੍ਰਾਪਤੀ ਭਗਤੀ ਰੂਪ ਵਡਿਆਈ ਪਾਉਂਦੇ ਹਨ। ਗੁਰਮੁਖ ਮਿਲੈ ਮੇਲ ਮਿਲਾਏ, ਇਹ ਮੁਖੀ ਗੁਰਾਂ ਜਾਂ ਗੁਰਮੁਖ ਜਨਾਂ ਦੀ ਸੰਗਤ ਨਾਲ ਮਿਲਣ ਕੀਤੇ ਨੇ ਉਹੀ ਗੁਰਾਂ ਨਾਲ ਮਿਲ ਕੇ ਆਪਣੇ ਸਰੂਪ ਦੇ ਵਿੱਚ ਮਿਲਾ ਲਏ ਹਨ। ਗੁਰਮੁਖ ਰਾਤੇ ਸ਼ਬਦ ਰੰਗਾਏ, ਗੁਰਮੁਖ ਜਨ ਮਨ ਕਰਕੇ ਨਾਮ ਦੇ ਵਿੱਚ ਰੰਗੇ ਹੋਏ ਨੇ ਤੇ ਉਹਨਾਂ ਨੇ ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਆਪਣੇ ਤਨ ਵੀ ਨਾਮ ਰੰਗ ਦੇ ਵਿੱਚ ਰੰਗੇ ਹੋਏ ਹੀ ਹਨ। ਜਾਂ ਗੁਰਮੁਖ ਜਨ ਇਸੇ ਤਰ੍ਹਾਂ ਗੁਰਮੁਖ ਰਾਤੇ ਸ਼ਬਦ ਰੰਗਾਏ, ਉਹ ਗੁਰਮੁਖ ਜਨ ਆਪ ਤਾਂ ਨਾਮ ਰੰਗ 'ਚ ਰੰਗੇ ਹੋਏ ਹੀ ਨੇ ਪਰ ਗੁਰਾਂ ਦੇ ਉਪਦੇਸ਼ ਦੁਆਰਾ ਹੋਰਨਾਂ ਦੇ ਮਨਾਂ ਨੂੰ ਵੀ ਨਾਮ ਦੇ ਵਿੱਚ ਰੰਗਾ ਦਿੰਦੇ ਹਨ। ਨਿਜ ਘਰ ਵਾਸਾ ਹਰ ਗੁਣ ਗਾਏ, ਪਰਮੇਸ਼ਰ ਦੇ ਗੁਣ ਗਾਉਣ ਕਰਕੇ ਉਹਨਾਂ ਦਾ ਆਪਣੇ ਸਰੂਪ ਤੁਰਿਆ ਪਦ ਰੂਪ ਘਰ ਦੇ ਵਿੱਚ ਨਿਵਾਸ ਹੋ ਜਾਂਦਾ ਹੈ। ਰੰਗ ਚਲੂਲੇ ਹਰ ਰਸ ਪਾਏ, ਉਹ ਹਰੀ ਪਰਮੇਸ਼ਰ ਦਾ ਨਾਮ ਰਸ ਚੰਗਾ ਲੱਗਿਆ ਜਾਂ ਜੋ ਪ੍ਰੇਮ ਦੁਆਰਾ ਹਰੀ ਨੂੰ ਭਾ ਗਏ ਨੇ
ਉਹ ਗਾੜੇ ਗਿਆਨ ਰੂਪ ਰੰਗ ਵਾਲੇ ਹੋਏ ਹਨ। ਇਸੇ ਪ੍ਰਕਾਰ ਰੰਗ ਚਲੂਲੇ ਹਰ ਰਸ ਪਾਏ। ਪ੍ਰੇਮ ਦੇ ਗੂੜੇ ਰੰਗ ਜਰੰਗੇ ਹੋਏ ਨੇ, ਉਹ ਨਾਮ ਰਸ ਵਾਲੇ ਹਰੀ ਨੂੰ ਭਾਏ ਹਨ। ਉਹਨਾਂ ਦਾ ਇਹ ਪ੍ਰੇਮ ਗਿਆਨ ਰੂਪ ਰੰਗ ਕਦੇ ਵੀ ਨਹੀਂ ਉਤਰਦਾ ਹੈ, ਸਗੋਂ ਸੱਚ ਸਰੂਪ ਦੇ ਵਿੱਚ ਹੀ ਉਹ ਸਮਾ ਜਾਂਦੇ, ਮਿਲ ਜਾਂਦੇ ਹਨ। ਇਹੋ ਰੰਗ ਕਦੇ ਨਾ ਉਤਰੈ ਸਾਚ ਸਾਚ ਸਮਾਏ। ਜਿਹੜਾ ਪ੍ਰੇਮ ਦਾ ਗਿਆਨ ਦਾ ਰੰਗ ਹੈ ਇਹ ਕਦੇ ਵੀ ਨਹੀਂ ਲੈਂਦਾ, ਸਗੋਂ ਸੱਚ ਸਰੂਪ ਦੇ ਵਿੱਚ ਉਹ ਮਿਲ ਜਾਂਦੇ ਨੇ, ਸਮਾ ਜਾਂਦੇ ਹਨ। ਅੰਤਰ ਸ਼ਬਦ ਮਿਟਿਆ ਅਗਿਆਨ ਅੰਧੇਰਾ। ਜਿਨ੍ਹਾਂ ਦੇ ਹਿਰਦੇ ਅੰਦਰ ਗੁਰੂ ਸਾਹਿਬ ਦੇ ਉਪਦੇਸ਼ ਦਾ ਪ੍ਰਕਾਸ਼ ਹੋਇਆ ਹੈ, ਉਹਨਾਂ ਦੇ ਅੰਦਰੋਂ ਅਗਿਆਨ ਦਾ ਹਨੇਰਾ ਨਿਵਰਤ ਹੋ ਗਿਆ। ਨਾਮ ਜਪਤ ਕੋਟ ਸੂਰ ਉਜਾਰਾ, ਬਿਨ ਸਹਿ ਭਰਮ ਅੰਧੇਰਾ। ਸਤਿਗੁਰ ਗਿਆਨ ਮਿਲਿਆ ਪ੍ਰੀਤਮ ਮੇਰਾ। ਸਤਿਗੁਰਾਂ ਤੋਂ ਗਿਆਨ ਪ੍ਰਾਪਤ ਕਰਕੇ ਉਹਨਾਂ ਨੂੰ ਮੇਰਾ ਪਿਆਰਾ ਪਰਮਾਤਮਾ ਪ੍ਰਾਪਤ ਹੋ ਗਿਆ ਹੈ। ਜੋ ਸੱਚ ਰਾਤੇ ਤਿਨ ਬਹੁੜ ਨਾ ਫੇਰਾ। ਜਿਹੜੇ ਸੱਚੇ ਪਰਮੇਸ਼ਰ ਦੇ ਨਾਮ ਪ੍ਰੇਮ ਰੰਗ 'ਚ ਰਤੇ ਜਾਂਦੇ ਨੇ, ਤਿੰਨਾਂ ਦਾ ਮੁੜ ਕੇ 84 ਵਿੱਚ ਗੇੜਾ ਚੱਕਰ ਨਹੀਂ ਲੱਗੇਗਾ। ਨਾਨਕ ਨਾਮ ਦ੍ਰਿੜਾਏ ਪੂਰਾ ਗੁਰ ਮੇਰਾ। ਸਤਿਗੁਰੂ ਮਹਾਰਾਜ ਸਾਹਿਬ ਕਥਨ ਕਰਦੇ ਨੇ ਕਿ ਮੇਰਾ ਪੂਰਨ ਗੁਰੂ ਗੁਰਸਿੱਖਾਂ ਨੂੰ ਸੱਚਾ ਨਾਮ ਦ੍ਰਿੜ ਪਰਪੱਕ ਕਰਾਉਂਦਾ ਹੈ। ਇਸੇ ਪ੍ਰਕਾਰ ਨਾਨਕ ਨਾਮ ਦ੍ਰਿੜਾਏ ਪੂਰਾ ਗੁਰ ਮੇਰਾ। ਜੋ ਨਾਮ ਨੂੰ ਦ੍ਰਿੜ ਕਰ ਲੈਂਦੇ ਨੇ, ਉਹਨਾਂ ਦਾ ਪੂਰਨ ਗੁਰਾਂ ਦੁਆਰਾ ਹਰੀ ਨਾਲ ਮਿਲਾਪ ਹੋ ਜਾਂਦਾ ਹੈ। ਬਿਲਾਵਲ ਮਹਲਾ ਤੀਜਾ। ਤੀਜੇ ਪਾਤਸ਼ਾਹ ਧੰਨ ਸਤਿਗੁਰੂ ਅਮਰਦਾਸ ਸਾਹਿਬ ਜੀ ਮਹਾਰਾਜ ਬਿਲਾਵਲ ਰਾਗ ਦੇ ਵਿੱਚ ਸ਼ੁਭਾਮਨ ਉਪਦੇਸ਼ ਦੀ ਬਖਸ਼ਿਸ਼ ਕਰਦੇ ਨੇ। ਪੂਰੇ ਗੁਰ ਤੇ ਵਡਿਆਈ ਪਾਈ। ਭਾਈ ਪੂਰਨ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ, ਸ੍ਰੀ ਗੁਰੂ ਅੰਗਦ ਦੇਵ ਜੀ ਤੋਂ ਅਸਾਂ ਨੇ ਭਗਤੀ ਨਾਮ ਗੁਰਤਾ ਗੱਦੀ ਰੋ ਵਡਿਆਈ ਸ਼ੋਭਾ ਪਾਉਣਾ ਕੀਤੀ ਹੈ। ਅਚਿੰਤ ਨਾਮ ਵਸਿਆ ਮਨ ਆਈ। ਸਭ ਅਚਿੰਤ ਭਾਵ ਚਿੰਤਾਵਾਂ ਤੋਂ ਰਹਿਤ ਕਰਨੇ ਵਾਲਾ ਨਾਮ ਵਾਹਿਗੁਰੂ ਨਾਮ ਸਾਡੇ ਹਿਰਦੇ ਵਿੱਚ ਆ ਕੇ ਵਸ ਗਿਆ। ਚਿੰਤ ਅਚਿੰਤਾ ਸਗਲੀ ਗਈ, ਪ੍ਰਭ ਨਾਨਕ 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 ਮਈ ਐਸੀ ਕਿਰਪਾ ਹੋਈ ਹੈ। ਹਉਮੈ ਮਾਇਆ ਸ਼ਬਦ ਜਲਾਈ। ਸਰੀਰ ਦੀ ਹੰਗਤਾ ਤੇ ਮਾਇਆ ਦੀ ਮਮਤਾ, ਜਾਂ ਮਾਇਆ ਕਰਕੇ ਜੋ ਹਉਮੈ ਸੀ ਉਹ ਗੁਰਾਂ ਨੇ ਉਪਦੇਸ਼ ਦੀ ਕਮਾਈ ਕਰਵਾ ਕੇ ਸਾੜ ਦਿੱਤੀ ਹੈ। ਦਰ ਸਾਚੈ ਗੁਰ ਤੇ ਸੋਭਾ ਪਾਈ। ਇਹ ਸੱਚੇ ਪਰਮੇਸ਼ਰ ਦੇ ਗਿਆਨ ਰੂਪ ਦਰ ਵਿੱਚ ਸਥਿਤ ਹੋ ਕੇ ਗੁਰਾਂ ਤੋਂ ਸਰੂਪ ਦੀ ਪ੍ਰਾਪਤੀ ਰੂਪ ਵਡਿਆਈ ਪਾ ਲਈ ਹੈ। ਇਸ ਲਈ ਅਸੀਂ ਹੁਣ ਪਰਮੇਸ਼ਰ ਅੱਗੇ ਅਰਦਾਸ ਕਰਦੇ ਹਾਂ ਕਿ ਜਗਦੀਸ਼ ਸੇਵਾਉ ਮੈਂ ਅਵਰ ਨਾ ਕਾਜਾ। ਜਗਤ ਦੇ ਈਸ਼ਵਰ ਸਦਾ ਮੈਂ ਤੈਨੂੰ ਹੀ ਸੇਵਦਾ ਰਹਾ, ਮੈਨੂੰ ਤੇਰੇ ਸੇਵਨ ਤੋਂ ਇਲਾਵਾ ਹੋਰ ਕੋਈ ਕੰਮ ਚੰਗਾ ਨਾ ਲੱਗੇ। ਕਿਉਂਕਿ ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰਖੀਐ ਭਾਉ, ਦੁਖ ਪਰ ਹਰ ਸੁਖ ਘਰ ਲੈ ਜਾਏ। ਆਨ ਦਿਨ ਆਨੰਦ ਹੋਵੈ ਮਨ ਮੇਰਾ। ਦਿਨ ਰਾਤ ਮੇਰੇ ਮਨ ਹਿਰਦੇ ਵਿੱਚ ਆਨੰਦ ਪ੍ਰਾਪਤ ਹੋ ਰਿਹਾ ਹੈ। ਗੁਰਮੁਖ ਮੰਗਾਉ ਤੇਰਾ ਨਾਮ ਨਿਵਾਜਾ। ਇਸ ਲਈ ਮੈਂ ਤੇਰਾ ਵਡਿਆਉਣ ਵਾਲਾ ਨਾਮ ਹੀ ਮੁਖੀ ਗੁਰਾਂ ਦੇ ਪਾਸੋਂ ਮੰਗਦਾ ਹਾਂ। ਜਾਚਕ ਜਨ ਜਾਚੈ ਪ੍ਰਭਦਾਨ, ਕਰ ਕਿਰਪਾ ਦੇਵੋ ਹਰ ਨਾਮ। ਰਹਾਉ ਦੇ ਕਰ ਫਰਮਾਨ ਕਰਦੇ ਨੇ। ਮਨ ਕੀ ਪ੍ਰਤੀਤ ਮਨ ਤੇ ਪਾਈ। ਮਨ ਦੀ ਪ੍ਰਤੀਤੀ ਮਨ ਤੋਂ ਹੀ ਪਾਈ ਹੈ। ਭਾਵ ਅਸ਼ੁੱਧ ਮਨ ਦੀ ਰੋਕਣ ਨਿਰਮਲ ਕਰਨ ਦੀ ਪ੍ਰਤੀਤੀ ਸ਼ੁੱਧ ਮਨ ਤੋਂ ਪ੍ਰਾਪਤ ਕੀਤੀ ਹੈ।
ਜਾਂ ਮਨ ਦੀ ਸ਼ਰਧਾ ਸ਼੍ਰੋਮਣੀ ਪਰਮੇਸ਼ਰ ਗੁਰਾਂ ਦੇ ਮੰਤਰ ਦੁਆਰਾ ਪ੍ਰਾਪਤ ਕੀਤੀ ਹੈ। ਪੂਰੇ ਗੁਰ ਤੇ ਸ਼ਬਦ ਬੁਝਾਈ, ਪੂਰੇ ਗੁਰੂ ਤੋਂ ਹੀ ਉਪਦੇਸ਼ ਦੀ ਸਮਝ ਆਉਂਦੀ ਹੈ, ਜਾਂ ਪੂਰੇ ਗੁਰਾਂ ਦੇ ਉਪਦੇਸ਼ ਦੁਆਰਾ ਹੀ ਆਤਮਿਕ ਜੀਵਨ ਦੀ ਸੂਝ ਆਉਂਦੀ ਹੈ। ਜੀਵਨ ਮਰਨ ਕੋ ਸੰਸਰ ਵੇਖੈ, ਭਾਈ ਜੋ ਜੀਵਨ ਤੇ ਮਰਨ ਨੂੰ ਇੱਕ ਸਮਾਨ ਵੇਖਦਾ ਹੈ, ਜਾਂ ਜੋ ਜੀਵਤ ਭਾਵ ਵੱਲੋਂ ਮਰ ਕੇ ਸਭ ਨੂੰ ਇੱਕ ਜੋਤ ਦੇਖਦਾ ਹੈ। ਬਹੁੜ ਨਾ ਮਰੈ ਨਾ ਜਮ ਪੇਖੈ, ਮੁੜ ਕੇ ਨਾ ਹੀ ਕਾਲ ਕਰਕੇ ਮਰਦਾ ਤੇ ਨਾ ਹੀ ਉਸ ਨੂੰ ਯਮਦੂਤ ਤਾੜਨਾ ਕਰਕੇ ਵੇਖਦਾ, ਭਾਵ ਜੰਮਣ ਤੇ ਮਰਨ ਤੋਂ ਰਹਿਤ ਹੋ ਜਾਂਦਾ ਹੈ। ਘਰ ਹੀ ਮਹਿ ਸਭ ਕੋਟ ਨਿਧਾਨ, ਹਿਰਦੇ ਰੂਪੀ ਘਰ ਦੇ ਵਿੱਚ ਹੀ ਸਾਰੇ ਸੁੱਖਾਂ ਦੇ ਕਰੋੜਾਂ ਹੀ ਖਜ਼ਾਨੇ ਪ੍ਰਾਪਤ ਹਨ। ਇਸੇ ਪ੍ਰਕਾਰ ਘਰ ਹੀ ਮਹਿ ਸਭ ਕੋਟ ਨਿਧਾਨ, ਸੰਗਤ ਰੂਪ ਘਰ ਦੇ ਵਿੱਚ ਹੀ ਕਿਲੇ ਦੀ ਤਰ੍ਹਾਂ 10ਵਾਂ ਦੁਆਰ ਹੈ। ਵਿਕਾਰਾਂ ਦੀ ਨਿਵਰਤੀ ਕਰਨ ਲਈ ਮਨ ਰੂਪ ਕਿਲਾ ਬਣਿਆ ਤੇ ਨਾਮ ਦਾ ਖਜ਼ਾਨਾ ਅੰਦਰ ਸਥਿਤ ਹੈ। ਸਤਿਗੁਰ ਦਿਖਾਏ ਗਿਆ ਅਭਿਮਾਨ, ਸਤਿਗੁਰੂ ਸਾਹਿਬ ਜੀ ਨੇ ਇਹ ਖਜ਼ਾਨੇ ਹਿਰਦੇ ਅੰਦਰੋਂ ਹੀ ਪ੍ਰਗਟ ਕਰਕੇ ਦਿਖਾਲ ਦਿੱਤੇ ਨੇ, ਜਿਸ ਕਰਕੇ ਹੰਕਾਰ ਚਲਿਆ ਗਿਆ, ਨਿਵਰਤ ਹੋ ਗਿਆ ਹੈ। ਸਦ ਹੀ ਲਾਗਾ ਸਹਿਜ ਧਿਆਨ, ਹਮੇਸ਼ਾ ਵਾਸਤੇ ਹੀ ਗਿਆਨ ਸਰੂਪ ਦਾ ਧਿਆਨ ਲੱਗਾ ਰਹਿੰਦਾ ਹੈ। ਅਨ ਦਿਨ ਗਾਵੇ ਏਕੋ ਨਾਮ, ਦਿਨ ਰਾਤ ਅਦਵੈਤ ਸਰੂਪ ਪਰਮੇਸ਼ਰ ਦਾ ਨਾਮ ਹੀ ਗਾਉਣਾ ਕਰਦੇ ਹਾਂ। ਇਸ ਯੁਗ ਮਹਿ ਵਡਿਆਈ ਪਾਈ, ਇਹ ਕਲਯੁਗ ਦਾ ਸਮਾਂ ਹੈ। ਇਸ ਕਲਯੁਗ ਦੇ ਸਮੇਂ ਵਿੱਚ ਇਹ ਵਡਿਆਈ ਸ਼ੋਭਾ ਪ੍ਰਾਪਤ ਕੀਤੀ ਹੈ। ਪੂਰੇ ਗੁਰ ਤੇ ਨਾਮ ਧਿਆਈ, ਜੋ ਪੂਰੇ ਗੁਰੂ ਸਾਹਿਬ ਜੀ ਦੁਆਰਾ ਵਾਹਿਗੁਰੂ ਨਾਮ ਧਿਆਉਣਾ ਕੀਤਾ ਹੈ। ਜਹ ਦੇਖਾ ਤਹ ਰਹਿਆ ਸਮਾਈ, ਜਿੱਥੇ ਵੀ ਵੇਖਦਾ ਹਾਂ ਉੱਥੇ ਸਮਾਇਆ ਵਿਆਪਕ ਹੋ ਰਿਹਾ ਪਰਮੇਸ਼ਰ ਹੀ ਦਿਖਦਾ ਹੈ। ਜੈ ਜੈ ਵੇਖੋ ਤਹ ਹਜੂਰ ਦੂਰ ਕਤਹੁ ਨ ਜਾਈ, ਰਵ ਰਹਿਆ ਸਰਬਤਰ ਮੈਂ ਮਨ ਸਦਾ ਧਿਆਈ। ਇੱਕ ਨਿਹੰਗ ਸਿੰਘ ਸੀਗਾ, ਬਟਾਲੇ ਦੇ ਕੋਲ ਜੋ ਕਾਦੀਆਂ ਨਗਰ ਹੈ, ਇਹਦੇ ਆਸ-ਪਾਸ ਪਿੰਡਾਂ ਦਾ ਸੀ। ਤੇ ਉਹਨੂੰ ਕੋਈ ਰਾਧਾ ਸੁਆਮੀ ਮਿਲ ਪਿਆ, ਕਹਿਣ ਲੱਗਾ ਵੀ ਅੱਜ ਤੱਕ ਤੈਨੂੰ ਕੁਝ ਦਿਖਿਆ? ਕਹਿੰਦਾ ਦਿਖਿਆ ਦੁਖਿਆ ਤਾਂ ਕੁਛ ਨਹੀਂ, ਬਸ ਅੰਮ੍ਰਿਤ ਛਕਿਆ ਵਾ ਤੇ ਇਹਨੇ ਅੰਗ ਬਣੇ ਹੋਏ ਆ। ਕਹਿੰਦਾ ਚੱਲ ਮੇਰੇ ਬਾਬੇ ਕੋਲ, ਉਹ ਤੈਨੂੰ ਜੋਤ ਦੇ ਦਰਸ਼ਨ ਕਰਾਊਗਾ, ਤੈਨੂੰ ਪ੍ਰਕਾਸ਼ ਦਿਖਣ ਲੱਗ ਪਊਗਾ। ਉਹ ਤਿਆਰ ਹੋ ਗਿਆ ਜੀ, ਕਹਿੰਦਾ ਚੱਲੋ। ਸਿੰਘਾਂ ਨੂੰ ਲੱਗ ਗਿਆ ਪਤਾ, ਕਹਿੰਦੇ ਭਾਈ ਤੂੰ ਗੁਰੂ ਘਰ ਛੱਡ ਕੇ ਤੇ ਦੂਜੇ ਪਾਸੇ ਕਿਉਂ ਜਾ ਰਿਹਾ? ਕਹਿੰਦੇ ਮਹਾਰਾਜ ਦਿਖਦਾ ਦੁਖਦਾ ਤਾਂ ਹੈ ਨਹੀਂ, ਉਹ ਇੱਕ ਫਾਰਮਾਲਟੀਆਂ ਜਿਹੀਆਂ ਕਰੀ ਜਾਈਦੀਆਂ ਨੇ। ਅਸਲ ਦੇ ਵਿੱਚ ਇੱਥੋਂ ਤੱਕ ਮੈਂ ਸਮਝਿਆ ਗੁਰਬਾਣੀ ਦਾ ਸੰਬੰਧ ਸਾਡੇ ਸਰੀਰ ਨਾਲ ਨਹੀਂ ਹੈ, ਸਾਡੇ ਮਾਈਂਡ ਨਾਲ ਹੈ। ਹੁਣ ਮੇਰਾ ਮਾਈਂਡ ਅਪਸੈਟ ਹੈ ਤਾਂ ਬਾਣੀ 'ਚ ਮਨ ਨਹੀਂ ਲੱਗੂਗਾ। ਬਾਣੀ ਤਾਂ ਧੁਰ ਕੀ ਹੈ, ਸਰੀਰ ਮੇਰਾ ਬੈਠਾ ਹੋਇਆ ਹੈ ਪਰ ਦਿਮਾਗ ਮੇਰਾ ਘੁੰਮ ਰਿਹਾ ਹੈ। ਜਿੰਨਾ ਚਿਰ ਤੁਹਾਡਾ ਮਾਈਂਡ ਅਪਸੈਟ ਹੈ, ਤੁਹਾਡਾ ਮਨ, ਤੁਹਾਡਾ ਦਿਲ ਔਰ ਦਿਮਾਗ ਗੁਰਬਾਣੀ ਨਾਲ ਟੱਚ ਨਹੀਂ ਹੋਇਆ, ਕਨੈਕਸ਼ਨ ਬਣਿਆ ਨਹੀਂ, ਉਹਨਾਂ ਚਿਰ ਕੋਈ ਗੱਲ ਨਹੀਂ ਬਣਦੀ। ਉਹ ਤਾਂ ਫਿਰ ਫਾਰਮੈਲਿਟੀ ਹੁੰਦੀ ਹੈ। ਅਤੇ ਬਣਦਾ ਤਾਂ ਹੈ ਜੇ ਗੁਰੂ ਸਾਹਿਬ ਦੀ ਕਿਰਪਾ ਹੋਵੇ, ਥੋੜ੍ਹਾ ਬਹੁਤਾ ਅਭਿਆਸ ਹੋਵੇ। ਗੁਰ ਪ੍ਰਸਾਦੀ ਰਾਮ ਮਨ ਵਸੈ ਤਾਂ ਫਲ ਪਾਵੈ ਕੋਈ, ਸ਼ਬਦ ਅਤੇ ਸੁਰ ਦਾ ਮਿਲਾਪ ਹੀ ਅਸਲ ਮਿਲਾਪ ਹੈ।
ਜੇ ਲਿਵ ਜੁੜ ਗਈ ਤਾਂ ਚੜ੍ਹਦੀ ਕਲਾ, ਜੇ ਨਹੀਂ ਜੁੜੀ ਤਾਂ ਉੱਪਰ ਦੀ ਲੰਘਦੀਆਂ ਜਾਂਦੀਆਂ। ਸਾਚੀ ਲਵੈ ਬਿਨ ਦੇਹ ਨਿਮਾਣੀ, ਦੇਹ ਨਿਮਾਣੀ ਲਵੈ ਬਾਝੋ, ਕਿਆ ਕਰੇ ਵਿਚਾਰੀਆ। ਸਿੰਘਾਂ ਨੇ ਸੋਚਿਆ ਵੀ ਅੰਮ੍ਰਿਤਧਾਰੀ ਸਿੰਘ ਹੈ, ਗੁਰੂ ਸਾਹਿਬ ਦਾ ਬਾਣਾ ਪਾਇਆ, ਜੇ ਰਾਧਾ ਸੁਆਮੀ ਚਲਾ ਗਿਆ ਤੇ ਫਿਰ ਗੁਰੂ ਘਰ ਦੀ ਬਦਨਾਮੀ ਹੈ। ਵੀ ਗੁਰਦੁਆਰੇ ਦਾ ਨਿਹੰਗ ਵੇਖੋ ਕਿੱਥੇ ਚਲਾ ਗਿਆ। ਪੰਜਾਂ ਪਿਆਰਿਆਂ ਨੇ ਮਿਲ ਕੇ ਅਰਦਾਸ ਕੀਤੀ, ਉਹਨੂੰ ਮਹਿਤੇ ਲੈ ਆਏ, ਅੰਮ੍ਰਿਤ ਸੰਚਾਰ ਦੇ ਵਿੱਚ ਹਾਜ਼ਰ ਕੀਤਾ ਤੇ ਉਹ ਸੀ ਅਭਿਆਸੀ ਸਿੰਘ, ਮਹਾਰਾਜ ਦੇ ਦਰਸ਼ਨਾਂ ਦਾ ਚਾਹਵਾਨ। ਪੰਜਾਂ ਸਿੰਘਾਂ ਨੇ ਅਰਦਾਸ ਕੀਤੀ ਵੀ ਸੱਚੇ ਪਾਤਸ਼ਾਹ ਆਪ ਦਾ ਸਿੰਘ ਹੈ, ਇਹ ਚਾਹੁੰਦਾ ਵੀ ਤੁਸੀਂ ਕਿਰਪਾ ਕਰੋ, ਮੈਨੂੰ ਕੁਝ ਦਿਖਾਓ, ਆਪ ਦੇ ਸਰੂਪ ਦੇ ਦਰਸ਼ਨ ਦਿਦਾਰੇ ਬਖਸ਼ੋ। ਇਹ ਬਾਹਰ ਨੂੰ ਭੱਜ ਰਿਹਾ ਹੈ, ਇਹਨੂੰ ਦੌੜਨ ਤੋਂ ਰੋਕੋ ਅਤੇ ਇਹਦੇ 'ਤੇ ਕਿਰਪਾ ਕਰੋ। ਸਿੱਖ ਪੰਜਨ ਮੈਂ ਵੀਰੋ ਵਾਸਾ, ਜਦੋਂ ਇਹਦੀ ਅਰਦਾਸ ਹੋ ਗਈ, ਵੈਸੇ ਅਰਦਾਸ ਕਰਨੀ ਨਹੀਂ ਚਾਹੀਦੀ, ਫਿਰ ਪੰਜਾਂ ਤੋਂ ਨਹੀਂ ਕਰਾਉਣੀ ਚਾਹੀਦੀ, ਪੰਜਾਂ ਦਾ ਹੁਕਮ ਹੋ ਜਾਂਦਾ ਹੈ। ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਸੋ ਇੰਨੇ ਪਿਆਰ ਵਾਲੇ ਹਨ ਕਿ ਉਹ ਕਦੀ ਹੁਕਮ ਮੋੜਦੇ ਨਹੀਂ ਸਿੰਘਾਂ ਦਾ। ਭਾਵੇਂ ਅਰਦਾਸ ਜਾਂ ਬੇਨਤੀ ਵੀ ਕਰੀਦੀ ਹੈ, ਪਰ ਫਿਰ ਵੀ ਇੰਜ ਅਰਦਾਸ ਨਹੀਂ ਕਰਨੀ ਚਾਹੀਦੀ। ਇਸ ਤਰ੍ਹਾਂ ਕਹੇ ਵੀ ਮਹਾਰਾਜ ਤੇਰੀ ਮਰਜ਼ੀ ਹੈ, ਅੱਜ ਨਹੀਂ ਭਲਕੇ ਨਹੀਂ ਪਰਸੋਂ, ਮਤਲਬ ਜਦੋਂ ਤੇਰੀ ਖੁਸ਼ੀ ਹੋਵੇ, ਜਦੋਂ ਤੂੰ ਚਾਹੇ ਉਦੋਂ ਕਿਰਪਾ ਕਰ, ਵੀ ਜ਼ਰੂਰੀ ਨਹੀਂ ਵੀ ਅੱਜ ਹੀ ਕਰਨੀ ਹੈ। ਜਿਹੜਾ ਇੰਜ ਕਹਿਣਾ ਵੀ ਜ਼ਰੂਰੀ ਹੈ, ਮੇਰੇ ਖਿਆਲ ਮੁਤਾਬਕ ਇਹ ਸਹੀ ਨਹੀਂ ਹੈ। ਤੇ ਉਹਨੂੰ ਕਿਹਾ ਭਾਈ ਤੂੰ ਮਹਾਰਾਜ ਦੀ ਬਾਣੀ ਪੜ੍ਹ, ਨਾਮ ਜਪ, ਗੁਰੂ ਸਾਹਿਬ ਕਿਰਪਾ ਕਰਨਗੇ। ਜਦ ਅਰਦਾਸ ਹੋਈ, ਉਹਦੇ 'ਤੇ ਇੰਨੀ ਕਿਰਪਾ ਹੋਈ ਕਿ ਕਲਗੀਧਰ ਮਹਾਰਾਜ ਦੇ ਸਾਖਸ਼ਾਤ ਉਹਨੂੰ ਦਰਸ਼ਨ ਹੋਣ ਲੱਗ ਪਏ। ਮਿੰਟ ਦੀ ਮਿੰਟ ਨਹੀਂ, ਜੇ ਉਹਨੇ ਪਾਠ ਕਰਦੇ ਹੋਣਾ ਤੇ ਮਹਾਰਾਜ ਨੇ ਸੱਜੇ ਪਾਸੇ ਖੜੇ ਪਾਠ ਸੁਣਦੇ ਰਹਿਣਾ, ਉਹਨੇ ਸੌਂ ਜਾਣਾ, ਮਹਾਰਾਜ ਨੇ ਸਿਰਹਾਣੇ ਵੱਲ ਖੜੇ ਰਹਿਣਾ, ਉਹਨੇ ਰੋਟੀ ਖਾਣੀ, ਗੁਰੂ ਸਾਹਿਬ ਨੇ ਸਾਹਮਣੇ ਬਹਿ ਜਾਣਾ। ਤੇ ਇੱਥੋਂ ਤੱਕ ਵੀ ਜਦ ਉਹਨੇ ਜੰਗਲ ਮੈਦਾਨ ਜਾਣਾ ਤੇ ਮਹਾਰਾਜ ਮਗਰ ਮਗਰ, ਕਿੰਨੀ ਬੇਅਦਬੀ ਹੈ ਦੇਖੋ। ਫਿਰ ਉਹਦੇ ਮਨ 'ਚ ਆਇਆ ਵੀ ਇਹ ਤਾਂ ਗਲਤੀ ਹੋ ਗਈ, ਇੰਜ ਤਾਂ ਨਹੀਂ ਚਾਹੀਦਾ। ਜੋ ਗੁਰੂ ਸਾਹਿਬ ਨੇ ਨਿਯਮ ਬਣਾਇਆ ਹੈ, ਆਪ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਵਿੱਚ ਸਮਿਲਿਤ ਕੀਤੀ ਹੈ। ਪਰ ਗੁਰਸਿੱਖ ਦੀ ਭਾਵਨਾ ਹੋਣੀ ਚਾਹੀਦੀ ਹੈ ਕਿ ਗੁਰਬਾਣੀ ਹੀ ਗੁਰੂ ਦੇ ਦਰਸ਼ਨ ਨੇ। ਜਦੋਂ ਸਰੀਰ ਅਪਵਿੱਤਰ ਹੋਵੇ ਜਾਂ ਅਪਵਿੱਤਰਤਾ ਵਾਲਾ ਕੰਮ ਹੁੰਦਾ ਹੋਵੇ, ਉਦੋਂ ਬਾਣੀ ਨਹੀਂ ਪੜ੍ਹਨੀ ਚਾਹੀਦੀ। ਵਾਹਿਗੁਰੂ ਕਹਿ ਸਕਦੇ ਹਾਂ, ਪਰ ਬਾਣੀ ਗੁਰੂ ਹੈ, ਗੁਰੂ ਦਾ ਪਹਿਰਾ ਹੁੰਦਾ ਹੈ। ਇਸ ਵਾਸਤੇ ਗੰਦੇ ਮੰਦੇ ਸਰੀਰ ਨਾਲ ਜਦੋਂ ਪਤਾ ਵੀ ਅਪਵਿੱਤਰਤਾ ਵਾਲੀ ਜਗ੍ਹਾ ਹੈ, ਉਦੋਂ ਬਾਣੀ ਨਹੀਂ ਪੜ੍ਹਨੀ ਚਾਹੀਦੀ। ਬਾਣੀ ਗੁਰੂ ਹੈ ਬਾਣੀ। ਵਾਹਿਗੁਰੂ ਕਹਿ ਸਕਦੇ ਹਾਂ, ਉਹ ਵੀ ਮਨ ਦੇ ਵਿੱਚ, ਉੱਚੀ ਨਹੀਂ ਬੋਲਣਾ। ਤੇ ਇਸ ਵਾਸਤੇ ਉਹਨੂੰ ਮੁੜ ਕੇ ਬੜਾ ਅਫਸੋਸ ਹੋਇਆ ਵੀ ਮੇਰਾ ਸਰੀਰ ਗੰਦਾ ਮੰਦਾ ਤੇ ਮਹਾਰਾਜ ਮੇਰੇ ਨਾਲ ਨਾਲ ਨੇ। ਕਈ ਵਾਰ ਬੰਦਾ ਨਹਾਤਾ ਵੀ ਨਹੀਂ ਹੁੰਦਾ, ਨਹਾਉਣਾ ਤਾਂ ਜੇ ਬਾਕੀ ਹੈ ਤੇ ਮੈਂ ਤਾਂ ਸਰੀਰ ਨੂੰ ਸੋਧ ਰਿਹਾ, ਜੰਗਲ ਮੈਦਾਨ ਜਾ ਰਿਹਾ, ਮਹਾਰਾਜ ਮੇਰੇ ਮਗਰ ਮਗਰ ਸਿਰ 'ਤੇ ਖੜੇ ਨੇ। ਉਹਨੂੰ ਬੜਾ ਮਹਿਸੂਸ ਹੋਇਆ। ਉਹ ਫਿਰ ਦੁਬਾਰਾ ਤੋਂ ਮਹਿਤੇ ਆਇਆ, ਪੰਜਾਂ ਪਿਆਰਿਆਂ ਨੂੰ ਆਖਿਆ ਕਿ ਮੇਰੇ ਕੋਲ ਗਲਤੀ ਹੋ ਗਈ ਹੈ, ਗੁਰੂ ਸਾਹਿਬ ਨੂੰ ਆਖੋ ਵੀ ਮੈਨੂੰ ਦਰਸ਼ਨ ਨਹੀਂ ਚਾਹੀਦੇ, ਐਸੇ ਦਰਸ਼ਨ ਅੱਠੇ ਪੈਰ ਦੇ ਨਹੀਂ ਹੋਣੇ ਚਾਹੀਦੇ। ਹਾਂ ਠੀਕ, ਆਪਾਂ ਨਹਾਤੇ ਧੋਤੇ ਹਾਂ, ਜਦੋਂ ਮਨ ਕੀਤਾ ਉਦੋਂ ਨਹਾ ਧੋ ਕੇ ਮਹਾਰਾਜ ਨੂੰ ਆ ਕੇ ਮੱਥਾ ਟੇਕੋ। 5 10 7 ਮਿੰਟ 10 15 ਜੋ ਵੀ, ਅੱਧਾ ਪੌਣਾ ਘੰਟਾ, ਜਿੰਨਾ ਕੁ ਸਰੀਰ ਸ਼ੁੱਧ ਰਹਿ ਸਕਦਾ ਹੈ। ਜੇ ਜ਼ਿਆਦਾ ਚਿਰ ਟਿਕਾਂਗੇ, ਕਦੀ ਬਾਸੀ ਆਊਗੀ, ਕਦੀ ਖੰਘ ਆਊਗੀ, ਕਦੀ ਛਿੱਕ ਆਊਗੀ, ਸਰੀਰ ਢਿੱਲਾ ਮੱਠਾ ਹੋ ਜਾਊਗਾ।
ਤੇ ਕਦੀ ਨੀਂਦਰ ਹੀ ਪੈ ਜਾਊਗੀ। ਸੁੱਤਾ ਬੰਦਾ ਤਾਂ ਉਵੇਂ ਖੇ ਖਰਾਬ ਹੋ ਜਾਂਦਾ, ਮਰਿਆ ਬੰਦਾ ਅਪਵਿੱਤਰ ਹੁੰਦਾ ਤੇ ਸੁੱਤਾ ਬੰਦਾ ਤਾਂ ਅੱਧੀ ਮੌਤ ਮਰਿਆ ਹੁੰਦਾ, ਕੀ ਪਤਾ। ਤੋ ਇਸ ਵਾਸਤੇ ਜਿੰਨਾ ਚਿਰ ਸਾਵਧਾਨ ਰਹੇ, ਸਾਵਧਾਨ ਇਕਾਗਰ ਚੀਤ, ਉਹਨਾਂ ਚਿਰ ਮਹਾਰਾਜ ਦੇ ਦਰਸ਼ਨ ਪਾਈਏ। ਹਾਂ, ਹਿਰਦੇ 'ਚ ਪ੍ਰਕਾਸ਼ ਉਹ ਗੱਲ ਵੱਖਰੀ ਹੈ। ਸੋ ਗੁਰੂ ਸਾਹਿਬ ਦੀ ਐਸੀ ਕਿਰਪਾ ਹੈ, ਜਿਸ ਘਰ ਦੇ ਵਿੱਚ ਕੋਈ ਘਾਟਾ ਨਹੀਂ, ਕੋਈ ਕਮੀ ਨਹੀਂ ਹੈ। ਇਸ ਘਰ ਮੈਂ ਹੈ ਸੋ ਤੂੰ ਢੂੰढ ਖਾਹੇ, ਔਰ ਕਿਸੇ ਹੀ ਕੇ ਤੂੰ ਮਤ ਹੀ ਜਾਏ। ਆਪਦੇ ਘਰ ਰੁੱਖੀ ਮਿੱਸੀ ਜੋ ਵੀ ਮਿਲੇ ਉਹ ਖਾ ਕੇ ਮਨ 'ਚ ਸ਼ਾਂਤੀ ਰਹਿੰਦੀ ਹੈ, ਸੁੱਖ ਆਨੰਦ ਰਹਿੰਦਾ। ਬਗਾਨੇ ਘਰ ਜਾ ਕੇ ਤੇ ਭਾਵੇਂ ਸਨਿਗਧ ਭੋਜਨ ਵੀ ਪ੍ਰਾਪਤ ਹੋਵੇ ਤੇ ਪਰ ਉਹਦੇ ਵਿੱਚ ਹਮੇਸ਼ਾ ਦਾ ਸੁੱਖ ਜਾਂ ਆਨੰਦ ਨਹੀਂ, ਉਹਦੇ 'ਚ ਲਾਮਾ ਆਉਂਦਾ। ਸੋਏ ਉਲਾਮੇ ਦਿਨੇ ਕਿ ਰਾਤੀ ਮਿਲਣ ਸਹੰਸ, ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ ਹੰਸ। ਫਿਟ ਅਵੇਹਾ ਜੀਵਿਆ ਜਿਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਬਿਨ ਸਭੋ ਦੁਸ਼ਮਣ ਹੇਤ। ਮੈਨੂੰ ਯਾਦ ਹੈ ਵੀ ਗੁਰਦੁਆਰਾ ਟੁੱਟੀ ਗੰਢੀ ਸਾਹਿਬ ਮੁਕਤਸਰ ਸਾਹਿਬ ਦੀਵਾਨ ਸੀਗਾ, ਤੇ ਕਿਸੇ ਪ੍ਰੇਮੀ ਦੇ ਘਰ ਆਸਣ ਸੀਗੇ ਤੇ ਉਹ ਅਭਿਆਸੀ ਸਿੰਘ ਸੀ, ਅੰਮ੍ਰਿਤਧਾਰੀ। ਤੇ ਮੈਨੂੰ ਕਹਿੰਦਾ ਵੀ ਚੱਲ ਮੇਰੇ ਬਾਬੇ ਕੋਲ, ਉਹਨਾਂ ਦਾ ਨਾਮ ਨਹੀਂ ਮੈਂ ਲੈਣਾ, ਬੜਾ ਸੋਹਣਾ ਸਥਾਨ ਉਹਨਾਂ ਦਾ ਬਣਿਆ ਹੋਇਆ, ਤੇ ਉਹ ਤੈਨੂੰ 10ਵੇਂ ਦੁਆਰ ਦੇ ਵਿੱਚ ਪ੍ਰਵੇਸ਼ ਕਰਵਾ ਦੇਣਗੇ। ਮੈਂ ਕਿਹਾ ਵੀ ਸਾਨੂੰ 10ਵਾਂ ਦੁਆਰ ਨਹੀਂ ਚਾਹੀਦਾ, ਸਾਨੂੰ ਤਾਂ ਬਾਣੀ ਦੀ ਕਥਾ ਹੀ ਚੰਗੀ ਹੈ। 10ਵੇਂ ਦੁਆਰ ਚਲੇ ਗਏ ਫਿਰ ਕਥਾ ਕਿਵੇਂ ਕਰਾਂਗੇ। ਤਾਂ ਜੋ ਮਹਾਂਪੁਰਖਾਂ ਨੇ ਸੇਵਾ ਲਾਈ ਹੈ ਵੀ ਇਹੀ ਕੰਮ ਸਹੀ ਹੈ। ਤੇ ਇਸ ਵਾਸਤੇ ਇਉਂ ਗੱਲ ਹਾਸੇ 'ਚ ਪਾ ਕੇ ਉਹਨੂੰ ਹੱਥ ਜੋੜ ਦਿੱਤੇ ਵੀ ਜੋ ਕੁਛ ਹੈ ਇੰਨੇ 'ਚ ਹੀ ਸਾਨੂੰ ਸੰਤੋਖ ਹੈ, ਜੋ ਮਹਾਂਪੁਰਖਾਂ ਨੇ ਆਗਿਆ ਕੀਤੀ ਹੈ। ਜਥੇਬੰਦੀ 'ਚ ਸੰਗਤ ਦੇ ਵਿੱਚ ਰਹਿ ਕੇ ਸੋ ਜਿੰਨਾ ਕੁ ਨਿਤਨੇਮ, ਜਿੰਨਾ ਕਥਾ ਕੀਰਤਨ, ਗੁਰੂ ਸਾਹਿਬ ਦੀ ਬਖਸ਼ਿਸ਼, ਇੰਨਾ ਹੀ ਠੀਕ ਹੈ। ਤੇ ਆਪਾਂ ਨੂੰ ਕਿਤੇ ਜਾਣ ਦੀ ਲੋੜ ਨਹੀਂ, ਕਿਉਂਕਿ ਸਾਨੂੰ ਗੱਲ ਤਾਂ ਸ਼ਾਂਤੀ ਦੀ ਹੈ। ਜਿਸ ਦਾ ਮਨ ਭਟਕਦਾ ਹੈ, ਤੁਰਿਆ ਤੇ ਉਹ ਫਿਰਦਾ, ਮਨ ਦੀ ਭਟਕਣਾ ਤਾਂ ਮੁੱਕ ਗਈ ਹੈ ਜਦੋਂ ਦੇ ਗੁਰਦੁਆਰਾ ਸਾਹਿਬ ਆਏ ਆ। ਤਾਂ ਇਸ ਵਾਸਤੇ ਚਾਹੀਦਾ ਤਾਂ ਮਨ ਦੀ ਸ਼ਾਂਤੀ ਤੇ ਮਨ ਦਾ ਸੁੱਖ ਹੈ, ਉਹ ਸਾਨੂੰ ਮਿਲਿਆ ਹੋਇਆ। ਇਸ ਵਾਸਤੇ 10ਵੇਂ ਦੁਆਰ ਨੂੰ ਆਪਾਂ ਕੀ ਸਿਰ 'ਤੇ ਥੋੜ੍ਹਾ ਚੁੱਕਣਾ। ਗੁਰੂ ਘਰ ਦੇ ਵਿੱਚ ਮਨ ਨਿਰਮਲ ਨਹੀਂ 10ਵੇਂ ਦੁਆਰ, 10ਵੇਂ ਦੁਆਰ ਦੀ ਕੋਈ ਅਹਿਮੀਅਤ ਨਹੀਂ ਹੈ। ਤੋ ਇਸ ਵਾਸਤੇ ਬ੍ਰਹਮ ਗਿਆਨੀ ਉਹ ਹੈ ਜਿਹੜਾ 10 ਦੁਆਰਿਆਂ ਤੋਂ ਪਰੇ ਹੋ ਕੇ ਸਰੀਰ ਤੋਂ ਤਾਂ ਉੱਪਰ ਉੱਠਣਾ ਹੈ। ਜੇ 10ਵੇਂ ਦੁਆਰ 'ਚ ਹੀ ਘੁੰਮਦਾ ਰਿਹਾ ਤਾਂ ਫਿਰ ਕੀ ਫਾਇਦਾ ਹੋਇਆ। 10ਵੇਂ ਦੁਆਰ ਦੀ ਪ੍ਰਾਪਤੀ ਵਾਲਾ ਜੋਗੀ ਹੈ, ਪਰ ਗੁਰਮੁਖ ਉਹ ਹੈ ਜਿਹੜਾ 10ਵੇਂ ਦੁਆਰ ਤੋਂ ਵੀ ਨਿਕਲ ਕੇ 10 ਦੁਆਰਿਆਂ ਨੂੰ ਪ੍ਰਗਟ ਕਰਨ ਵਾਲਾ ਪ੍ਰਕਾਸ਼ਕ ਪਰਮਾਤਮਾ ਉਹਦੇ ਵਿੱਚ, ਉਹਦੇ ਨਾਮ ਦੇ ਵਿੱਚ ਵਸੇ। ਜੋ ਸਰੀਰ ਤੋਂ ਬਾਹਰ ਚਲਾ ਗਿਆ, 10ਵੇਂ ਦੁਆਰ ਤੋਂ ਨਿਕਲ ਗਿਆ, ਗੁਰਮੁਖ ਸਾਧ ਵਿਖਾਣੀਆਂ ਬ੍ਰਹਮ ਗਿਆਨੀ ਹੈ। ਸੋ ਬ੍ਰਹਮ ਗਿਆਨੀ ਸੰਤਾਂ ਦੀ ਸਾਨੂੰ ਸੰਗਤ ਸੀ। ਤੋ ਇਸ ਵਾਸਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ, ਮੈਂ ਬੇਨਤੀ ਕਰ ਰਿਹਾ ਸੀ ਕਿ ਉਹ 5 ਸਿੰਘਾਂ ਨੂੰ ਉਹਨੇ ਬੇਨਤੀ ਕੀਤੀ, ਫਿਰ ਸਿੰਘਾਂ ਨੇ ਅਰਦਾਸ ਕੀਤੀ। ਅਰਦਾਸ ਤੋਂ ਬਾਅਦ ਫਿਰ ਗੁਰੂ ਸਾਹਿਬ ਦਾ ਸਰੂਪ ਆਲੋਕ ਹੋਇਆ। ਉਹਨੇ ਮਾਫੀ ਮੰਗੀ ਕਿ ਜਿੰਨਾ ਕੁ ਮਹਾਰਾਜ ਦੀ ਮਰਜ਼ੀ ਹੈ ਉਹਨੇ 'ਚ ਹੀ ਰਹਿਣਾ ਚਾਹੀਦਾ। ਆਪਦਾ ਨਿਤਨੇਮ ਨਾ ਛੱਡੋ, ਆਪਦੀ ਸੰਗਤ ਨਾ ਛੱਡੋ, ਆਪਦੀ ਰਹਿਤ ਨਾ ਛੱਡੋ, ਤਾਂ ਗੁਰ ਮੇਰਾ ਸੰਗ ਸਦਾ ਹੈ ਨਾਲੇ। ਮਹਿਸੂਸ ਕਰੋ ਕਿ ਗੁਰੂ ਸਾਹਿਬ ਮੇਰੇ ਅੰਗ ਸੰਗ ਨੇ, ਸਦਾ ਅੰਗ ਸੰਗੇ ਅਭੰਗੰ ਬਪੂਤੇ। ਜੇ ਮਹਾਰਾਜ ਅੰਗ ਸੰਗ ਨਾ ਹੋਵੇ ਤੇ ਵੇਖੋ ਆਪਾਂ ਵਿਹਲੇ ਰਹਿੰਦੇ ਹਾਂ, ਕੁਛ ਵੀ ਨਹੀਂ ਕਰਦੇ। ਫਿਰ ਵੀ ਮਹਾਰਾਜ ਧੋਤੇ ਕੱਪੜੇ ਦਿੰਦਾ, ਖਾਣ ਨੂੰ ਪ੍ਰਸ਼ਾਦਾ ਦਿੰਦਾ, ਸੌਣ ਨੂੰ ਸੋਹਣਾ ਬਿਸਤਰ ਦਿੰਦਾ, ਕਿੰਨੀਆਂ ਸੁੱਖ ਸਹੂਲਤਾਂ ਨੇ, ਕਿਸੇ ਚੀਜ਼ ਦੀ ਕੋਈ ਘਾਟ ਹੀ ਨਹੀਂ। ਜੇ ਰੱਬ ਸਾਡੇ ਨਾਲ ਨਾ ਹੋਵੇ ਤੇ ਮੈਂ ਕਈ ਵਾਰ ਸੋਚਦਾ ਵੀ ਆਪਾਂ ਤਾਂ ਭੁੱਖੇ ਮਰ ਜਾਈਏ। ਮਹਾਰਾਜ ਭਾਵੇਂ ਸਾਹਮਣੇ ਨਹੀਂ ਆਉਂਦਾ ਤੇ ਪਰ ਉਹ ਜੋ ਸਾਨੂੰ ਪ੍ਰੋਵਾਈਡ ਕਰਾ ਰਿਹਾ, ਉਹਦੀ ਨਿਗਾਹ ਤਾਂ ਹੈ, ਉਹ ਸਾਡੇ ਨਾਲ ਤਾਂ ਹੈ। ਕਿਆ ਸੋਹਣੀ ਉਹਦੀ ਬਾਣੀ ਦੀ ਬਖਸ਼ਿਸ਼ ਕੀਤੀ ਹੈ। ਜੇ ਸਾਡੇ ਨਾਲ ਹੈ ਤੇ ਤਾਂ ਹੀ ਉਹ ਸਾਨੂੰ ਆਪ ਦਾ ਸਮਾਂ ਦੇ ਰਿਹਾ, ਭਗਤੀ ਦਾ, ਸੰਗਤ ਦਾ। ਤੋ ਇਸ ਲਈ
ਗੁਰ ਮੇਰੇ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਗੱਜ ਕਾ ਸਤਨਾਮ ਸ੍ਰੀ ਵਾਹਿਗੁਰੂ। ਜੇ ਤੁਹਾਡੇ ਕੋਲ ਹੈ, ਜੇ ਬਾਣੀ ਤੁਹਾਡੇ ਕੋਲ ਹੈ, ਤਾਂ ਗੁਰੂ ਤੁਹਾਡੇ ਅੰਗ ਸੰਗ ਹੈ। ਇਸ ਲਈ ਕਲਯੁਗ ਦਾ ਭਿਆਨਕ ਸਮਝ ਪਾਤਸ਼ਾਹ ਜੀ ਫਰਮਾਉਂਦੇ ਨੇ, ਇਸ ਯੁੱਗ ਮੈਂ, ਇਸ ਯੁੱਗ ਮੈਂ ਹੈ ਵਡਿਆਈ ਪਾਈ। ਇਸ ਕਲਯੁਗ ਦੇ ਭਿਆਨਕ ਸਮੇਂ ਦੇ ਵਿੱਚ ਇਹੀ ਵਡਿਆਈ, ਇਹੀ ਸ਼ੋਭਾ ਆਪਾਂ ਨੇ ਪ੍ਰਾਪਤ ਕੀਤੀ ਹੈ। ਪੂਰੇ ਗੁਰ ਤੇ ਨਾਮ ਧਿਆਈ। ਗੁਰੂ ਪੂਰਾ ਹੋਣਾ ਚਾਹੀਦਾ ਹੈ। ਰਾਧਾ ਸੁਆਮੀ ਵਾਲੇ ਜਿਹੜੇ ਗੁਰੂ ਸਾਹਿਬ ਨੇ, ਗੁਰਮੁਖ ਪਿਆਰੇ, ਤੇ ਸੰਤ ਗੁਰਿੰਦਰ ਸਿੰਘ ਜੀ, ਮੈਂ ਸੁਣਿਆ ਵੀ ਉਹ ਕੈਂਸਰ ਦੀ ਪ੍ਰੋਬਲਮ ਕਰਕੇ ਥੋੜ੍ਹੇ ਕਸ਼ਟ ਵਿੱਚ, ਤੇ ਉਹ ਦਰਬਾਰ ਸਾਹਿਬ ਹਰਿਮੰਦਰ ਸਾਹਿਬ ਆਪ ਮੱਥਾ ਟੇਕਣ ਜਾਂਦੇ ਨੇ ਵਿਚਾਰੇ, ਉੱਥੇ ਜਾ ਕੇ ਅਰਦਾਸ ਕਰਦੇ ਨੇ। ਤੋ ਇਸ ਵਾਸਤੇ ਆ ਜਿਹੜਾ ਸਰਸੇ ਵਾਲਾ, ਇਹਨੇ ਵੀ 5 ਗ੍ਰੰਥੀ ਪੜ੍ਹੀ ਹੋਈ ਹੈ। ਦਿਮਾਗ ਬੰਦੇ ਦਾ ਪਤਾ ਨਹੀਂ ਮੇਰਾ ਮੁੱਠਾ ਪਹੁੰਚ ਜਾਏ। ਰਾਵਣ ਵੀ ਤਾਂ ਗਿਆਨੀ ਸੀਗਾ, ਚੰਗਾ ਭਲਾ ਕਥਾਵਾਚਕ ਸੀਗਾ, ਬਾਹਮਣਾਂ ਦਾ ਪੁੱਤ ਸੀਗਾ, ਕੋਈ ਮਾੜਾ ਬੰਦਾ ਨਹੀਂ ਸੀਗਾ, ਪਰ ਦਿਮਾਗ ਪੁੱਠਾ ਹੋ ਗਿਆ। ਸੀਤਾ ਜੀ ਦਾ ਅਪਹਰਨ ਕੀਤਾ, ਫਿਰ ਰਾਮ ਨੇ ਬੜਾ ਸਮਝਾਇਆ ਵੀ ਇਹ ਕੰਮ ਛੱਡ ਦੇ, ਪੁੱਠੇ ਕੰਮ ਨਹੀਂ ਕਰੀਦੇ। ਨਹੀਂ ਸਮਝਿਆ ਤਾਂ ਫਿਰ ਵੇਖੋ ਉਹਨੂੰ ਵਜਾਨਾ ਭੋਗਣਾ ਪਿਆ। ਸਿੱਖਾਂ ਦਾ ਮੁੰਡਾ ਹੈ ਸਰਸੇ ਵਾਲਾ ਬਾਬਾ, ਤੇ ਦਮਦਮਾ ਸਾਹਿਬ 5 ਗ੍ਰੰਥੀ ਦੀ ਸੰਧਿਆ ਕੀਤੀ ਇਹਨੇ। ਤੇ ਇਸ ਵਾਸਤੇ ਗੁਰੂ ਸਾਹਿਬ ਕਿਰਪਾ ਕਰਨ, ਜੇ ਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਨੇ, ਇਹਨਾਂ ਦੀ ਬਰਾਬਰੀ ਨਹੀਂ ਕੋਈ ਕਰ ਸਕਦਾ। ਭਾਵੇਂ ਉਹਨਾਂ ਨੂੰ ਜਾ ਕੇ ਪੁੱਛ ਕੇ ਵੇਖ ਲਓ, ਉਹ ਕਹਿਣਗੇ ਵੀ ਆਪਾਂ ਠੀਕ ਆ, ਜਿਸ ਤਰ੍ਹਾਂ ਮਰਜ਼ੀ ਆ ਆਪਦੇ ਘਰ, ਪਰ ਗੁਰੂ ਨਾਨਕ ਸਾਹਿਬ ਤੇ ਗੁਰੂ ਗੋਬਿੰਦ ਸਿੰਘ ਉਹੀ ਨੇ, ਆਪਾਂ ਉਹਨਾਂ ਵਰਗੇ ਨਹੀਂ ਆ। ਜਾ ਕੇ ਪੁੱਛ ਲਓ ਭਾਵੇਂ। ਇਹ ਤਾਂ ਸਾਡੀ ਮੂਰਖਤਾ ਹੈ ਵੀ ਆਪਾਂ ਮਹਾਰਾਜ ਦੇ ਬਰਾਬਰ ਕਿਸੇ ਨੂੰ ਮੰਨ ਕੇ ਉਹਨੂੰ ਸਤਿਕਾਰ ਦਿੰਦੇ ਆ। ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੋਂ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ। ਵਾਹੋ ਵਾਹੋ ਗੋਬਿੰਦ ਸਿੰਘ ਆਪੇ ਗੁਰਚੇਲਾ। ਗੁਰੂ ਪੂਰਾ ਹੋਣਾ ਚਾਹੀਦਾ। ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ 10 ਪਾਤਸ਼ਾਹੀਆਂ ਦੀ ਜੋਤ ਨੇ, ਇਹਨਾਂ ਦੁਆਰਾ ਅਸੀਂ ਵਾਹਿਗੁਰੂ ਨਾਮ ਧਿਆਉਣਾ ਕੀਤਾ ਹੈ। ਜਹ ਦੇਖਾਂ ਤਹ ਰਹਿਆ ਸਮਾਈ। ਸੋ ਇੱਕ ਤਾਂ ਨੇ ਸਾਖਸ਼ਾਤ ਦਰਸ਼ਨ ਸਰਗੁਣ ਸਰੂਪ ਦੇ, ਇੱਕ ਨੇ ਹਿਰਦੇ ਵਿੱਚ ਪ੍ਰਕਾਸ਼ ਰੂਪ। ਸੋ ਹਰ ਅੰਮ੍ਰਿਤ ਕਥਾ ਸ੍ਰੇਸ਼ਟ ਊਤਮ, ਗੁਰ ਬਚਨੀ ਸਹਿਜੇ ਚਾਖੀ, ਤਹ ਭਇਆ ਪ੍ਰਗਾਸ ਮਿਟਿਆ ਅੰਧਿਆਰਾ। ਜਿਉਂ ਸੂਰਜ ਰੈਣਕ ਰਾਖੀ, ਜਿਵੇਂ ਸੂਰਜ ਚੜ੍ਹਨ ਤੋਂ ਹਨੇਰਾ ਆਪਣੇ ਆਪ ਚੁੱਕਿਆ ਜਾਂਦਾ, ਇਹੋ ਗਿਆਨ ਦਾ ਹਨੇਰਾ ਦੂਰ ਹੋ ਕੇ ਗਿਆਨ ਦਾ ਚਾਨਣ ਹੋ ਗਿਆ। ਜੈ ਗਿਆਨ ਪ੍ਰਗਾਸ ਅਗਿਆਨ ਮਿਟੰਤ, ਤੋ ਨਾਮ ਜਪਤ ਕੋਟ ਸੂਰ ਉਜਾਰਾ, ਕਰੋੜਾਂ ਸੂਰਜਾਂ ਜੈਸਾ ਪ੍ਰਕਾਸ਼। ਇਹ ਮਹਾਰਾਜ ਨੇ ਬਖਸ਼ਿਸ਼ ਕਰ ਦਿੱਤਾ, ਵਿਰਸੇ ਭਰਮ ਅੰਧੇਰਾ। ਅਤੇ ਹੁਣ ਅਸੀਂ ਜਿੱਥੇ ਵੀ ਵੇਖਦੇ ਹਾਂ ਭਾਈ ਕਨ੍ਹਈਏ ਜੀ ਵਾਂਗ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਜੋਤ ਨੂੰ ਵੇਖਦੇ ਹਾਂ, ਉਹ ਮੁਸਲਮਾਨਾਂ ਵਿੱਚ ਵੀ ਉਹੀ ਆ, ਹਿੰਦੂਆਂ ਵਿੱਚ ਵੀ ਉਹੀ ਵਿਆਪਕ ਹੋ ਰਿਹਾ, ਪਰਮੇਸ਼ਰ ਹੀ ਸਮਾ ਰਿਹਾ। ਅੱਜ ਕੱਲ੍ਹ ਹੀ ਉਹ RSS ਪੁੱਠੀਆਂ ਜੀਆਂ ਗੱਲਾਂ ਤੁਰ ਪਈਆਂ, ਜਿਹਨੂੰ ਕੱਖ ਵੀ ਨਹੀਂ ਆਉਂਦਾ ਉਹ ਦਸਮ ਗ੍ਰੰਥ ਦੇ ਵਿਰੁੱਧ ਬੋਲਣ ਲੱਗ ਪੈਂਦਾ, ਅਤੇ ਕੋਈ ਗੱਲ ਨਹੀਂ ਆਉਂਦੀ ਅਤੇ RSS ਦਾ ਨਾਮ ਲੈ ਲੈਂਦੇ ਨੇ। ਸਿੱਖੀ ਨੂੰ ਭਲਾ ਕਿਹਦੇ ਤੋਂ ਖਤਰਾ ਤੁਸੀਂ ਦੱਸੋ? ਇੰਨੀਆਂ ਮੁਸ਼ਕਿਲਾਂ ਆਈਆਂ, ਇੰਨੇ ਪਹਾੜ ਟੁੱਟੇ, ਤਾਂ ਨਹੀਂ ਸਿੱਖੀ ਮਰੀ, ਅਤੇ RSS ਕੀ ਹੈ ਜਿਹੜੀ ਸਿੱਖੀ ਨੂੰ ਖਤਮ ਕਰ ਦੇਊਗੀ? ਮੈਂ ਤਾਂ ਹੈਰਾਨ ਹਾਂ ਉਹਨਾਂ ਲੋਕਾਂ ਦੇ, ਪਤਾ ਨਹੀਂ ਕਾਹਦਾ ਡਰ ਉਹਨਾਂ ਨੂੰ ਪਿਆ ਹੋਇਆ। ਤੁਸੀਂ ਅੰਮ੍ਰਿਤ ਛਕੋ, ਮਹਾਰਾਜ ਦੀ ਬਾਣੀ ਬੜੋ, ਏਡਾ ਵੱਡਾ ਗੁਰੂ ਸਾਹਿਬ ਹੈ, ਕੋਈ ਕਿਵੇਂ ਤੁਹਾਨੂੰ ਵਿਗਾੜ ਦੇਊਗਾ ਭਲਾ? ਕੇਸ ਰੱਖੋ, ਮਹਾਰਾਜ ਦੀ ਕਿਰਪਾ ਹੋਵੇ। ਅਤੇ ਜਿਹੜਾ ਬ੍ਰਾਹਮਣ ਮੱਤ ਜਾਂ ਬਾਹਮਣ ਮੱਤ ਕਹੀ ਜਾਣੀ, ਗੁਰੂ ਗ੍ਰੰਥ ਸਾਹਿਬ ਤਾਂ ਜੈ ਦੇ ਬ੍ਰਾਹਮਣ ਦੀ ਬਾਣੀ ਹੈ, ਤਰਲੋਚਨ ਦੀ ਬਾਣੀ ਹੈ। ਮਹਾਰਾਜ ਨੇ ਤਾਂ ਕੋਈ ਬ੍ਰਾਹਮਣ ਬਾਰੇ ਵਿਚਾਰਿਆ ਨਹੀਂ। ਆਹ ਭੱਟ ਕਿਹੜੇ ਸੀ? ਉਹੀ ਤਾਂ ਬ੍ਰਾਹਮਣ ਹੀ ਸੀਗੇ। ਤਾਂ ਇਸ ਵਾਸਤੇ ਹਰੇਕ ਗੱਲ ਨੂੰ ਬਾਹਮਣ ਮੱਤ, ਹਰੇਕ ਗੱਲ ਨੂੰ RSS, ਫਿਰ ਗੁਰਸਿੱਖੀ ਕਾਹਦੀ ਹੋਈ? ਗੱਲ ਤਾਂ ਪਿਆਰ ਦੀ ਹੈ। ਜ਼ਰੂਰ ਨਹੀਂ ਵੀ ਆਪਾਂ ਚੋਲੇ ਵਾਲੇ ਮਹਾਰਾਜ ਦੇ ਸਿੰਘ ਬਣ ਸਕਦੇ ਹਾਂ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜਾਂ ਗੁਰੂ ਤੇਗ ਬਹਾਦਰ ਜਾਂ ਗੁਰੂ ਗੋਬਿੰਦ ਸਿੰਘ ਜੀ ਦੇ ਚਰਨਾਂ 'ਚ ਮੁਸਲਮਾਨ ਪੀਰ ਬੁੱਧੂ ਸ਼ਾਹ ਵੀ ਆਇਆ ਸੀਗਾ, ਉਹ ਮੁਸਲਮਾਨ ਸੀਗਾ।
ਤੇ ਹਿੰਦੂ ਲੋਕ ਵੀ ਆਉਂਦੇ ਸੀਗੇ। ਰਾਜੇ ਮਹਾਰਾਜੇ, ਇੱਕ ਅਸਾਮ ਦਾ ਰਾਜਾ ਜਿਹੜਾ ਗੁਰੂ ਤੇਗ ਬਹਾਦਰ ਜੀ ਦਾ ਸਿੱਖ ਬਣਿਆ ਸੀਗਾ, ਰਾਜਾ ਰਾਮ, ਫਿਰ ਉਹਦਾ ਮੁੰਡਾ ਗੁਰੂ ਮਹਾਰਾਜ ਦੇ ਦਰਸ਼ਨ ਕਰਨ ਅਨੰਦਪੁਰ ਸਾਹਿਬ ਆਇਆ। ਹਰੀ ਸਿੰਘ ਰਾਜਾ ਜਿਹੜਾ ਪਹਾੜਾਂ ਦਾ ਸਕੇਤ ਮੰਡੀ ਦਾ, ਗੁਰੂ ਅਰਜਨ ਸਾਹਿਬ ਦੇ ਚਰਨਾਂ 'ਚ ਆਇਆ। ਤੋ ਜੇ ਕੋਈ ਬ੍ਰਾਹਮਣ ਗੁਰੂ ਘਰ ਆ ਗਿਆ, ਥੋੜ੍ਹਾ ਵੀ RSS ਵਿੱਚ ਘੁਸੜ ਗਈ ਜਾਂ ਕੁਛ ਵਿਗਾੜ ਦਿਓਗੇ, ਤੁਸੀਂ ਆਪਦੇ ਅਸੂਲ 'ਤੇ ਕਾਇਮ ਰਹੋ, ਤੁਹਾਨੂੰ ਕਾਹਦਾ ਡਰ ਹੈ। ਗੁਰੂ ਮਹਾਰਾਜ ਦਾ ਜਿਹੜਾ ਮਿਸ਼ਨ ਹੈ, ਇਹਨੂੰ ਕਿਸੇ ਦਾ ਕੋਈ ਡਰ ਨਹੀਂ ਹੈ। ਆਪਦੇ ਘਰ ਕੋਈ ਰਾਜੀ ਰਵੇ। ਗੁਰੂ ਸਾਹਿਬ ਦੀ ਬਾਣੀ ਵਿੱਚ ਕੋਈ ਦਜੈਕ ਨਹੀਂ ਕੀਤੀ ਗਈ। ਬਾਬਾ ਫਰੀਦ ਇਹਨਾਂ ਦੀ ਬਾਣੀ ਵੀ ਹੈ, ਤਿਰਲੋਚਨ ਬ੍ਰਾਹਮਣ ਦੀ, ਕਬੀਰ ਜੀ, ਨਾਮਦੇਵ ਜੀ, ਇਹ ਸਾਰੇ ਦੂਜੇ ਧਰਮਾਂ ਦੇ ਸੀਗੇ। ਕਿਹੜਾ ਅੰਮ੍ਰਿਤਧਾਰੀ ਸੀਗਾ? ਸਿੰਘ ਤਾਂ ਬਾਅਦ ਵਿੱਚ ਮਹਾਰਾਜ ਨੇ ਬਣਾਏ ਨੇ। ਆ ਕਿਰਪਾਨ ਵੀ ਬਾਅਦ ਵਿੱਚ ਦਿੱਤੀ ਹੈ, ਕਕਾਰ ਬਾਅਦ ਵਿੱਚ ਬਖਸ਼ੇ ਨੇ। ਜੇ ਅੱਜ ਅਸੀਂ ਝੋਲਾ ਪਾ ਕੇ ਅੰਮ੍ਰਿਤ ਛਕ ਲਿਆ, ਇਹ ਥੋੜ੍ਹਾ ਵੀ ਪਹਿਲੇ ਐਵੇਂ ਸੀਗੇ। ਉਹਨਾਂ ਦੀ ਕੋਈ ਕਮਾਈ ਨਹੀਂ, ਕਮਾਈ ਹੈ ਤਾਂ ਹੀ ਬਾਣੀ ਰੱਖੀ। ਜੇ ਸਾਡੇ ਵਰਗੇ ਹੁੰਦੇ, ਮਹਾਰਾਜ ਨੂੰ ਸਮਝਾ ਦਿੰਦੇ ਵੀ ਮਹਾਰਾਜ ਕੋਈ ਰਾਮ ਅੱਖਰ ਨਾ ਲਿਖੋ, ਕੋਈ ਨਰੈਣ ਨਾ ਲਿਖੋ, ਕੋਈ ਇਹ ਭੱਟਾਂ ਦੀ ਬਾਣੀ ਨਾ ਲਿਖੋ, ਆ ਕਬੀਰ ਜੀ ਨੂੰ ਭਜਾ ਦੇਵੇ ਤਾਂ RSS। ਦੱਸੋ ਕਿੱਡੀ ਮੂਰਖਤਾ ਹੈ। ਗੁਰਮੁਖ ਕਿਸੇ ਵੀ ਧਰਮ 'ਚ ਹੋ ਸਕਦਾ, ਗੱਲ ਤਾਂ ਨਾਮ ਜਪਣ ਦੀ ਹੈ। ਤੋ ਇਸ ਲਈ ਇਹ ਬਿਲਕੁਲ ਗਲਤ ਬਾਤ ਹੈ ਜੋ ਅੱਜ ਕੱਲ੍ਹ ਪੜ੍ਹੇ ਲਿਖੇ ਲੋਕ ਹਰੇਕ ਗੱਲ 'ਤੇ ਤਰਕ ਕਰਦੇ ਹਨ। ਸਾਡਾ ਜਿਹੜਾ ਧਰਮ ਹੈ ਉਹ ਕੁਝ ਕੁ ਹਿੰਦੂ ਧਰਮ ਤੋਂ ਦ੍ਰਿਸ਼ਟਾਂਤ ਲੈ ਕੇ, ਕਿਉਂਕਿ ਸਮਾਜ ਉਹਨਾਂ ਵੱਲ ਝੁਕਿਆ ਹੋਇਆ ਸੀਗਾ, ਜਿੰਨਾ ਚਿਰ ਉਹਨਾਂ ਦੀਆਂ ਸਾਖੀਆਂ ਨਾ ਪੜ੍ਹੀਏ, ਉਹਨਾਂ ਬਾਰੇ ਗਿਆਨ ਨਾ ਹੋਵੇ, ਅਤੇ ਉਹਨਾਂ ਚਿਰ ਗੁਰਬਾਣੀ ਦੀ ਵਿਚਾਰ ਜਿਹੜੀ ਕਥਾ ਨਹੀਂ ਹੋ ਸਕਦੀ ਹੈ। ਤੋ ਇਸ ਵਾਸਤੇ ਰਾਮ ਅੱਖਰ ਪਤਾ ਨਹੀਂ ਹਜ਼ਾਰਾਂ ਵਾਰ ਆਇਆ, ਅਤੇ ਵਾਹਿਗੁਰੂ ਤਾਂ ਆਏ 17 ਵਾਰ ਹੈ। ਨਰੈਣ ਅੱਖਰ ਬੜੀ ਵਾਰ ਆਇਆ, ਸੋਹੰਗ ਬੜੀ ਵਾਰ ਆਇਆ। ਤੋ ਇਸ ਲਈ ਜੋ ਗੁਰੂ ਸਾਹਿਬ ਦੀ ਸਿੱਖਿਆ ਨੂੰ ਮੰਨਦਾ, ਮਹਾਰਾਜ ਦੇ ਚਰਨਾਂ ਵਿੱਚ ਪਿਆਰ ਸ਼ਰਧਾ ਰੱਖਦਾ, ਉਹ ਗੁਰੂ ਦਾ ਸਿੱਖ ਹੈ। ਬਾਹਮਣਾਂ 'ਚ ਵੀ ਰੱਬ ਹੈ, ਮੁਸਲਮਾਨਾਂ 'ਚ ਵੀ ਰੱਬ ਹੈ। ਜਿਸ ਗੁਰੂ ਗੋਬਿੰਦ ਸਿੰਘ ਨੂੰ ਆਪਾਂ ਗੁਰੂ ਮੰਨਦੇ ਹਾਂ, ਉਹਨੇ ਤਾਂ ਅਕਾਲ ਉਸਤਤ ਵਿੱਚ ਲਿਖਿਆ ਹੋਇਆ, ਕਹਿੰਦੇ ਨੇ ਵੰਗ ਕੇ ਬੰਗਾਲੀ ਫਿਰ ਹੰਗ ਕੇ ਫਿਰੰਗਾ ਵਾਲੀ, ਦਿੱਲੀ ਕੇ ਦਿਲਵਾਲੀ ਤੇਰੀ ਆਗਿਆ ਮੇਂ ਚਲਤ ਹੈ, ਰੋਹ ਕੇ ਰੋਹੇਲੇ ਮਾਘ ਦੇਸ ਕੇ ਮਗੇਲੇ ਵੀਰ, ਬੰਗਸੀ ਬੰਦੇਲੇ ਪਾਪ ਪੁੰਜ ਕੋ ਮਲਤ ਹੈ, ਜਿਨ੍ਹੇ ਤੋਹੇ ਧਿਆਇਓ ਤਿੰਨੇ ਪੂਰਨ ਪ੍ਰਤਾਪ ਆਇਓ। ਇਹ ਮਹਾਰਾਜ ਦੇ ਬਚਨ ਹਨ। ਹਿੰਦੂ, ਤੁਰਕ, ਕੋ ਰਾਫਜੀ, ਇਮਾਮ ਸਾਫੀ, ਭਾਵੇਂ ਕੋਈ ਹਿੰਦੂ ਹੈ, ਭਾਵੇਂ ਕੋਈ ਮੁਸਲਮਾਨ ਹੈ, ਕੋਈ ਵੀ ਹੈ ਕਿਸੇ ਧਰਮ ਨਾਲ ਸੰਬੰਧਿਤ, ਮਾਨਸ ਕੀ ਜਾਤ ਸਭ ਹੈ ਇੱਕ ਹੈ ਪਹਿਚਾਣ ਵੋ। ਜਿਹੜਾ ਬੰਦਾ ਰੱਬ ਦਾ ਹੈ, ਉਹ ਰੱਬ ਨੇ ਬਣਾਇਆ ਹੋਇਆ, ਉਹਨਾਂ ਦੇ ਵਿੱਚ ਪਰਮਾਤਮਾ ਦੀ ਜੋਤ ਨੂੰ ਪਹਿਚਾਨਣਾ ਕਰੋ। ਜੈ ਦੇਖਾਂ ਤੈ ਰਹਿਆ ਸਮਾਈ। ਅਸੀਂ ਜਿੱਥੇ ਵੀ ਵੇਖਦੇ ਹਾਂ, ਜਿਵੇਂ ਭਾਈ ਕਨਈਆ ਸਾਹਿਬ ਨੇ ਮੁਸਲਮਾਨਾਂ 'ਚ ਵੀ ਰੱਬ ਵੇਖੀ, ਉਹਨਾਂ ਨੂੰ ਜਲ ਛਕਾਇਆ। ਭਾਈ ਆਨੰਦ ਲਾਲ ਸਾਹਿਬ ਜੀ ਕਹਿ ਗਏ, ਰੂਹ ਦਰ ਹਰ ਜਿਸਮ ਗੁਰੂ ਗੋਬਿੰਦ ਸਿੰਘ, ਨੂਰ ਦਰ ਹਰ ਚਿਸ਼ਮ ਗੁਰੂ ਗੋਬਿੰਦ ਸਿੰਘ। ਇੰਜ ਸਾਡੀ ਵੀ ਨਿਗਾਹ ਬਣੇ, ਮਿਲਵੇ ਕੀ ਮਹਿਮਾ ਵਰਨਾ ਸਾਕੋ ਨਾਨਕ ਭਰਿਆ ਪਰੀਲਾ। ਹਿੰਦੂ ਵੀ ਸਾਡੇ ਭਰਾ ਨੇ, ਮੁਸਲਮਾਨ ਇਹ ਵੀ ਸਾਡੇ ਭਰਾਵਾਂ ਦੀ ਤਰ੍ਹਾਂ ਹਨ। ਕਿਤੇ ਇਹਨਾਂ ਨਾਲ ਮਿਲ ਕੇ ਵੇਖੋ ਕਿੰਨਾ ਹੀ ਪਿਆਰ ਕਰਦੇ ਨੇ। ਸੋ ਈਰਖਾ ਦਵੈਸ਼ ਤੋਂ ਤਾਂ ਮਹਾਰਾਜ ਨੇ ਸਾਨੂੰ ਰਹਿਤ ਹੋਣ ਦੀ ਆਗਿਆ ਕੀਤੀ ਹੈ। ਨਾ ਕੋ ਬੈਰੀ ਨਹੀਂ ਬਗਾਨਾ, ਸਗਲ ਸੰਗ ਹਮਕੋ ਬਣ ਆਈ। ਜੇ ਆਪਾਂ ਸਿੰਘ ਸਾਹਿਬ ਹਾਂ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਹਾਂ, ਸਾਡਾ ਗੁਰੂ ਗੁਰੂ ਗੋਬਿੰਦ ਸਿੰਘ ਹੈ, ਅਤੇ ਜਿਹੜੇ ਹਿੰਦੂ ਅਤੇ ਮੁਸਲਮਾਨ ਨੇ ਉਹ ਵੀ ਜਿੰਨਾ ਕੁ ਉਹਨਾਂ ਕੋਲ ਹੁੰਦਾ ਉਹ ਵੀ ਕਰੀ ਜਾਂਦੇ ਨੇ। ਇਸ ਲਈ ਉਹ ਵੀ ਮਹਾਰਾਜ ਦੇ ਚਰਨਾਂ ਵਿੱਚ ਤੁਸੀਂ ਝੁਕਦੇ ਵੇਖੋਗੇ। ਇਸ ਲਈ ਪਾਤਸ਼ਾਹ ਜੀ ਕਹਿੰਦੇ ਈਰਖਾ ਨਾ ਕਰੋ ਜਾਤੀ ਤੌਰ 'ਤੇ, ਰੱਬ ਨੂੰ ਸਾਰਿਆਂ ਦੇ ਵਿੱਚ ਵਿਆਪਕ ਹੋ ਰਿਹਾ ਦੇਖਣਾ ਕਰੋ। ਰਹਿਤ ਆਪ ਦੀ ਵੱਖਰੀ ਰੱਖੋ, ਰੋਟੀ ਪਾਣੀ ਆਪ ਦਾ ਸੁਚਮ ਨਾਲ ਖਾਓ, ਰੋਟੀ ਬੇਟੀ ਦੀ ਸਾਂਝ ਗੁਰਸਿੱਖਾਂ ਨਾਲ ਕਰੋ, ਅਤੇ ਪਰ ਈਰਖਾ ਕਿਸੇ ਨਾਲ ਨਾ ਕਰੋ। ਸਭਨਾਂ 'ਚ ਪਰਮਾਤਮਾ ਦੀ ਜੋਤ ਵੇਖਣਾ ਕਰੋ। ਸੁਖ ਦਾਤਾ ਕੀਮਤ ਨਹੀਂ ਪਾਈ, ਸਦਾ ਸੁਖ ਦਾਤਾ ਕੀਮਤ ਨਹੀਂ ਪਾਈ। ਉਹ ਸਦਾ ਹਮੇਸ਼ਾ ਹੀ ਸੁੱਖਾਂ ਦੇ ਦੇਣ ਵਾਲਾ ਦਾਤਾ ਹੈ,
ਪਰ ਵੇਦਾਂ ਸ਼ਾਸਤਰਾਂ ਆਦਿਕ ਦੇ ਕਥਨ ਕਰਕੇ ਉਹਦੀ ਕੀਮਤ ਨਹੀਂ ਪਾਈ ਜਾ ਸਕਦੀ। ਪੂਰੇ ਭਾਗ ਗੁਰ ਪੂਰਾ ਪਾਇਆ। ਇਹ ਭਾਗਾਂ ਨਿਸ਼ਕਾਮ ਕਰਮਾਂ ਕਰਕੇ ਹੀ ਪੂਰਾ ਗੁਰੂ ਆਪਾਂ ਨੇ ਪ੍ਰਾਪਤ ਕੀਤਾ ਹੈ। ਅੰਤਰ ਨਾਮ ਨਿਧਾਨ ਦਿਖਾਇਆ। ਗੁਰਾਂ ਨੇ ਹਿਰਦੇ ਦੇ ਅੰਦਰੋਂ ਹੀ ਨਾਮ ਦਾ ਖਜ਼ਾਨਾ ਪ੍ਰਗਟ ਕਰਕੇ ਵਿਖਾਲ ਦਿੱਤਾ ਹੈ। ਗੁਰ ਕਾ ਸ਼ਬਦ ਅਤ ਮੀਠਾ ਲਾਇਆ। ਸਤਿਗੁਰਾਂ ਦਾ ਉਪਦੇਸ਼ ਅਤਿਅੰਤ ਹੀ ਪਿਆਰਾ ਲੱਗ ਆਇਆ ਹੈ। ਨਾਨਕ ਤ੍ਰਿਸ਼ਨ 부ਜੀ ਮਨ ਤਨ ਸੁਖ ਪਾਇਆ। ਤਾਂ ਤ੍ਰਿਸ਼ਨਾ ਬੁਝਣ ਦੀ ਹੈ। ਸਤਿਗੁਰੂ ਮਹਾਰਾਜ ਕਥਨ ਕਰਦੇ ਨੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ, ਇਹ ਉਹਨਾਂ ਦਾ ਆਖਰੀ ਸ਼ਬਦ ਸੀਗਾ ਜਿੱਥੇ ਉਹਨਾਂ ਦੇ ਸ਼ਬਦ ਸੰਪੂਰਨ ਹੋ ਰਹੇ ਨੇ। ਕੱਲ੍ਹ ਨੂੰ ਚੌਥੇ ਪਾਤਸ਼ਾਹ ਦੇ ਸ਼ਬਦ ਪ੍ਰਾਰੰਭ ਹੋਣਗੇ। ਤੀਜੇ ਸਤਿਗੁਰੂ ਜੀ ਫਰਮਾਉਂਦੇ ਨੇ ਕਿ ਜਿਸ ਕਰਕੇ ਰਸਾਂ ਕਸਾਂ ਦੀ ਜੋ ਪ੍ਰਬਲ ਇੱਛਾ ਸੀਗੀ ਉਹ ਸਾਡੀ ਬੁੱਝ ਗਈ, ਨਿਵਰਤ ਹੋ ਗਈ ਹੈ ਅਤੇ ਮਨ ਹਿਰਦੇ ਤੇ ਤਨ ਸਰੀਰ ਦੇ ਅੰਦਰ ਇੱਕ ਰਸ ਆਨੰਦ ਸਰੂਪ ਬ੍ਰਹਮ ਨੂੰ ਪ੍ਰਾਪਤ ਕਰ ਲਿਆ ਹੈ। ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ ਸਹਿਜ ਸੇਤੀ। ਮਨ ਵਜੀਆਂ ਵਧਾਈਆਂ, ਵਧਾਈਆਂ ਦਾ ਅਰਥ ਹੈ ਖੁਸ਼ੀਆਂ। ਮਨ ਦੇ ਵਿੱਚ ਖੁਸ਼ੀਆਂ ਪ੍ਰਗਟ ਹੋ ਗਈਆਂ ਨੇ। ਮਨ ਚਾਉ ਭਇਆ ਪ੍ਰਭ ਆਗਮ ਸੁਣਿਆ, ਹਰ ਮੰਗਲ ਗਾਉ ਸਕੀ ਗ੍ਰਹਿ ਮੰਦਰ ਬਣਿਆ। ਜਦ ਗੁਰਾਂ ਦਾ ਸ਼ਬਦ ਮਿੱਠਾ ਲੱਗਾ ਤੇ ਮਹਾਰਾਜ ਦੇ ਨਾਮ ਨੇ ਤ੍ਰਿਸ਼ਨਾ ਬੁਝਾ ਦਿੱਤੀ। ਮਨ ਤੇ ਤਨ ਦੇ ਵਿੱਚ ਆਨੰਦ ਸਰੂਪ ਬ੍ਰਹਮ ਨੂੰ ਪ੍ਰਾਪਤ ਕਰ ਲਿਆ। ਇੱਥੇ ਸਾਧ ਸੰਗਤ ਜੀਓ ਸ਼ਬਦ ਸੰਪੂਰਨ ਹੋਇਆ ਹੈ। ਲੜੀਵਾਰ ਕਥਾ ਦੀ ਸਮਾਪਤੀ ਕਰਦੇ ਹਾਂ। ਦੋ ਪੰਕਤੀਆਂ ਸਰਵਣ ਕਰਕੇ ਫਤਿਹ ਬੁਲਾਓ ਜੀ, ਕਿਉਂਕਿ ਅੱਜ ਮੱਘਰ ਦੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਹੈ ਜੋ ਸਤਿਗੁਰੂ ਅਰਜਨ ਦੇਵ ਜੀ ਨੇ 12ਵਾਂ ਦੁਆਰਾ ਸਾਨੂੰ ਉਪਦੇਸ਼ ਬਖਸ਼ੀ ਹੈ। 2-4 ਮਿੰਟਾਂ 'ਚ ਉਸ ਦੀ ਵਿਚਾਰ ਵੀ ਸਰਵਣ ਕਰਿਓ ਜੀ। ਗੁਰ ਕਾ ਸ਼ਬਦ ਅਤ ਮੀਠਾ ਲਾਇਆ। ਨਾਨਕ ਤ੍ਰਿਸ਼ਨ 부ਜੀ ਮਨ ਤਨ ਸੁਖ ਪਾਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਵਾਹਿਗੁਰੂ ਜੀ ਕੀ ਫਤਿਹ।